ਮੇਰੀ ਪਤਨੀ 30 ਸਾਲ ਦੀ ਸੀ। ਹਰ ਰੋਜ਼ ਉਹ ਮੇਰੇ ਕੋਲੋਂ 1 ਕਿਲੋ ਖੋਆ ਮੰਗਵਾਉਂਦੀ ਸੀ, ਪਰ ਸਵੇਰ ਤੱਕ ਪਤਾ ਨਹੀਂ ਉਹ ਸਾਰਾ ਖੋਆ ਕਿੱਥੇ ਚਲਾ ਜਾਂਦਾ ਸੀ। ਜਦੋਂ ਮੈਂ ਉਸ ਨੂੰ ਪੁੱਛਦਾ ਤਾਂ ਉਹ ਕਹਿੰਦੀ ਸੀ ਕਿ ਕੋਈ ਚੂਹਾ ਖਾ ਗਿਆ ਜਾਂ ਬਿੱਲੀ ਨੇ ਖਾ ਲਿਆ। ਜਦੋਂ ਉਹ ਸਵੇਰੇ ਉੱਠਦੀ ਹੈ ਤਾਂ ਉਹ 17 ਸਾਲ ਦੀ ਕੁੜੀ ਵਰਗੀ ਲੱਗਦੀ ਸੀ। ਇੱਕ ਦਿਨ ਮੈਂ ਰਾਤ ਨੂੰ 11:45 ਦੇ ਕਰੀਬ ਹੋਇਆ। ਮੇਰੀ ਪਤਨੀ ਨੇ ਸੋਚਿਆ ਕਿ ਮੈਂ ਸੌਂ ਗਿਆ ਹਾਂ। ਉੱਠ ਕੇ ਬਾਹਰ ਚਲੀ ਗਈ। ਮੈਂ ਵੀ ਉਸ ਦੇ ਪਿੱਛੇ ਤੁਰ ਪਿਆ ਤੇ ਰਸੋਈ ਦਾ ਨਜ਼ਾਰਾ ਦੇਖ ਕੇ ਮੇਰੀ ਜਾਨ ਮੁੱਠੀ ਵਿੱਚ ਆ ਗਈ। ਮੇਰਾ ਨਾਮ ਸੁਰਜੀਤ ਹੈ। ਮੇਰੇ ਪਿਤਾ ਜੀ ਦੀ ਮੇਰੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਜਦੋਂ ਮੈਂ 23 ਸਾਲ ਦਾ ਹੋਇਆ ਤਾਂ ਮੇਰੀ ਮਾਂ ਨੇ ਮੈਨੂੰ ਇੱਕ ਦਿਨ ਇੱਕ ਬਹੁਤ ਹੀ ਅਜੀਬ ਗੱਲ ਦੱਸੀ, ਜਿਸ ਨੇ ਮੈਨੂੰ ਬਹੁਤ ਹੈਰਾਨ ਕਰ ਦਿੱਤਾ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਉਹ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਹਨ। ਉਹ ਵੀ ਇਸੇ ਸਾਲ। ਇੱਕ ਵਾਰੀ ਸਭ ਕੁਝ ਸੁਣ ਕੇ ਮੈਂ ਬਹੁਤ ਘਬਰਾ ਗਿਆ ਕਿਉਂਕਿ ਮੈਂ ਵਿਆਹ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਅਤੇ ਮੈਨੂੰ ਸਿਮਰਨ ਬਹੁਤ ਪਸੰਦ ਸੀ। ਮੈਂ ਉਸੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਮੈਂ ਝਿਜਕਦਿਆਂ ਆਪਣੀ ਮਾਂ ਨੂੰ ਮਨਾ ਲਿਆ ਅਤੇ ਕਿਹਾ ਕਿ ਮੈਨੂੰ ਕੁਝ ਸਮਾਂ ਚਾਹੀਦਾ ਹੈ। ਪਹਿਲਾਂ ਤਾਂ ਮੰਮੀ ਨੂੰ ਥੋੜਾ ਗੁੱਸਾ ਆਇਆ, ਪਰ ਫਿਰ ਮੰਮੀ ਮੇਰੀ ਗੱਲ ਮੰਨ ਗਈ ਅਤੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਮੰਮੀ ਨੇ ਮੈਨੂੰ ਲੜਕੀ ਬਾਰੇ ਵੀ ਨਹੀਂ ਦੱਸਿਆ ਅਤੇ ਸਿਰਫ ਇੰਨਾ ਹੀ ਕਿਹਾ ਕਿ ਕੁੜੀ ਜੋ ਵੀ ਹੈ ਤੁਹਾਨੂੰ ਪਸੰਦ ਆਵੇਗੀ। ਰਾਤ ਹੋਣ ਤੱਕ ਮੈਂ ਸਾਰਾ ਦਿਨ ਇਹੀ ਸੋਚਦਾ ਰਿਹਾ। ਕੁਝ ਦਿਨ ਬੀਤ ਗਏ। ਇੱਕ ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਪਿਆ ਸਾਂ ਕਿ ਮੇਰੀ ਛੋਟੀ ਭੈਣ ਮੇਰੇ ਕੋਲ ਭੱਜੀ ਆਈ। ਉਸ ਦੇ ਸਾਹ ਚੜੇ ਹੋਏ ਸੀ। ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਮੈਂ ਘਬਰਾ ਗਿਆ ਅਤੇ ਪੁੱਛਿਆ ਕਿ ਕੀ ਹੋਇਆ। ਉਸਨੇ ਜੋ ਖਬਰ ਮੈਨੂੰ ਸੁਣਾਈ, ਉਹ ਖਬਰ ਸੁਣ ਕੇ ਮੈਂ ਲਗਭਗ ਆਪਣੀ ਜਾਨ ਗਵਾ ਬੈਠਾ। ਮੇਰੀ ਛੋਟੀ ਭੈਣ ਨੇ ਦੱਸਿਆ ਕਿ ਮੇਰੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ। ਮੈਂ ਡਰ ਗਿਆ ਅਤੇ ਉਸ ਦੇ ਨਾਲ ਮੰਮੀ ਦੇ ਕਮਰੇ ਵੱਲ ਭੱਜਿਆ, ਜਿੱਥੇ ਮੰਮੀ ਜ਼ਮੀਨ ਤੇ ਬੇਹੋਸ਼ ਪਈ ਸੀ। ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਂ ਨੂੰ ਬੁਲਾਉਂਦੇ ਹੋਏ ਮੈਂ ਉਸ ਨੂੰ ਝੰਜੋੜਦਾ ਰਿਹਾ, ਪਰ ਮਾਂ ਚੁੱਪ ਰਹੀ। ਮੇਰੀ ਵੱਡੀ ਭੈਣ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਥੋੜੀ ਦੇਰ ਵਿੱਚ ਐਂਬੂਲੈਂਸ ਆ ਗਈ। ਮੈਂ ਤੇ ਮੇਰੀ ਵੱਡੀ ਭੈਣ ਮਾਂ ਨਾਲ ਹਸਪਤਾਲ ਗਏ। ਡਾਕਟਰਾਂ ਨੇ ਮੇਰੀ ਮਾਂ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਮੇਰੀ ਮਾਂ ਨੂੰ ਦਿਲ ਦਾ ਦੌਰਾ ਪਿਆ ਹੈ। ਮੇਰੀ ਮਾਂ ਦੀ ਸਿਹਤ ਵਿੱਚ ਸਵੇਰ ਤੋਂ ਕੁਝ ਸੁਧਾਰ ਹੋਇਆ ਸੀ। ਡਾਕਟਰ ਨੇ ਸਾਨੂੰ ਮੰਮੀ ਨੂੰ ਤਣਾਅ ਜਾਂ ਪਰੇਸ਼ਾਨੀ ਨਾ ਦੇਣ ਲਈ ਕਿਹਾ ਸੀ। ਮੇਰੀ ਪਤਨੀ 30 ਸਾਲ ਦੀ ਸੀ। ਹਰ ਰੋਜ਼ ਕਿਉਂਕਿ ਉਸ ਨੂੰ ਇੱਕ ਹੋਰ ਦਿਲ ਦਾ ਦੌਰਾ ਪੈ ਸਕਦਾ ਹੈ। ਅਸੀਂ ਸਾਰੇ ਮਾਂ ਦੀ ਸੇਵਾ ਕਰਨ ਲੱਗ ਪਏ। ਫਿਰ ਅਚਾਨਕ ਮਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿਣਾ ਸ਼ੁਰੂ ਕਰ ਦਿੱਤਾ, ਬੇਟਾ ਪਤਾ ਨਹੀਂ ਮੇਰੀ ਜ਼ਿੰਦਗੀ ਕਿੰਨੀ ਬਾਕੀ ਹੈ। ਮੇਰੀ ਹਾਲਤ ਠੀਕ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਮਰਨ ਤੋਂ ਪਹਿਲਾਂ ਵਿਆਹ ਕਰਵਾ ਲਵੋ। ਮੈਂ ਤੈਨੂੰ ਵਿਆਹਿਆ ਹੋਇਆ ਦੇਖ ਕੇ ਸ਼ਾਂਤੀ ਨਾਲ ਮਰਨਾ ਚਾਹੁੰਦਾ ਹਾਂ। ਹੁਣ ਇਨਕਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਮੈਂ ਨਾ ਚਾਹੁੰਦੇ ਹੋਏ ਵੀ ਹਾਂ ਵਿੱਚ ਸਿਰ ਹਿਲਾਇਆ। ਫਿਰ ਮਾਂ ਨੇ ਕਿਹਾ ਕਿ ਬੇਟਾ ਤੂੰ ਉਸੇ ਕੁੜੀ ਨਾਲ ਵਿਆਹ ਕਰੇਂਗਾ ਜਿਸ ਬਾਰੇ ਮੈਂ ਤੈਨੂੰ ਕਿਹਾ ਸੀ। ਮੈਂ ਨਾ ਚਾਹੁੰਦੇ ਹੋਏ ਵੀ ਹਾਂ ਕਿਹਾ ਤੇ ਫਿਰ ਉਸ ਰਾਤ ਇੱਕ ਕੁੜੀ ਸਾਨੂੰ ਮਿਲਣ ਲਈ ਹਸਪਤਾਲ ਆਈ ਜਿਸ ਨੇ ਸਲਵਾਰ ਸੂਟ ਪਾਇਆ ਹੋਇਆ ਸੀ। ਮੈਂ ਉਸ ਨਾਲ ਨਜ਼ਰ ਤੱਕ ਨਹੀਂ ਮਿਲਾਈ, ਨਾ ਹੀ ਉਸ ਨੂੰ ਦੇਖਿਆ ਤੇ ਹਸਪਤਾਲ ਵਿੱਚ ਹੀ ਵਕੀਲ ਨੂੰ ਬੁਲਾਇਆ ਤੇ ਸਾਡੇ ਦੋਵਾਂ ਨੇ ਵਕੀਲ ਦੇ ਸਾਹਮਣੇ ਕੋਰਟ ਮੈਰਿਜ ਕਰ ਲਈ। ਰਜਿਸਟਰੀ ਕਰਵਾ ਲਈ। ਅਸੀਂ ਦੋਹਾਂ ਨੇ ਅਦਾਲਤ ਵਿੱਚ ਵਿਆਹ ਕਰਵਾ ਲਿਆ। ਬਾਅਦ ਵਿੱਚ ਮੰਮੀ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੀ ਪਤਨੀ ਨਾਲ ਘਰ ਚਲੇ ਜਾਓ ਅਤੇ ਤੁਹਾਡੀ ਭੈਣ ਹਸਪਤਾਲ ਵਿੱਚ ਮੇਰੇ ਨਾਲ ਰਹੇਗੀ। ਮੈਂ ਵਿਆਹ ਤੋਂ ਖੁਸ਼ ਨਹੀਂ ਸੀ। ਸਿਮਰਨ ਨੂੰ ਭੁੱਲਣਾ ਵੀ ਔਖਾ ਸੀ। ਮੈਂ ਸਿਮਰਨ ਨੂੰ ਬੁਲਾਇਆ ਤੇ ਬਾਹਰ ਲਿਜਾ ਕੇ ਸਾਰੀ ਕਹਾਣੀ ਸੁਣਾਈ। ਉਹ ਬਹੁਤ ਰੋਈ। ਵਿਚਾਰੀ ਕਰ ਵੀ ਕੀ ਸਕਦੀ ਸੀ, ਬਸ ਮੈਨੂੰ ਆਲ ਦਾ ਬੈਸਟ ਕਹਿ ਕੇ ਚਾਲੀ ਗਈ। ਮੈਂ ਵੀ ਇਸ ਨੂੰ ਕਿਸਮਤ ਦਾ ਪਾਣਾ ਸਮਝ ਕੇ ਆਪਣਾ ਲਿਆ ਤੇ ਨਵਾਂ ਜੀਵਨ ਸ਼ੁਰੂ ਕਰਨ ਦਾ ਪ੍ਰਣ ਲਿਆ। ਹੁਣ ਮੈਂ ਆਪਣੀ ਪਤਨੀ ਦਾ ਚਿਹਰਾ ਦੇਖਣ ਲਈ ਬਹੁਤ ਬੇਚੈਨ ਸੀ। ਮੇਰੀ ਭੈਣ ਮੰਮੀ ਕੋਲ ਰਹੀ ਅਤੇ ਅਸੀਂ ਘਰ ਆ ਗਏ। ਮੇਰੀ ਪਤਨੀ ਪਰਦਾ ਪਾ ਕੇ ਬੈਠੀ ਸੀ। ਜਦੋਂ ਮੈਂ ਕਮਰੇ ਵਿੱਚ ਪਹੁੰਚਿਆ ਅਤੇ ਮੁਸਕਰਾ ਕੇ ਉਸ ਦਾ ਘੁੰਡ ਉੱਚੀ ਚੁੱਕਿਆ ਤਾਂ ਉਸ ਦਾ ਚਿਹਰਾ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੇ ਸਾਹਮਣੇ ਬੈਠੀ ਮੇਰੀ ਪਤਨੀ ਮੇਰੇ ਤੋਂ 8-9 ਸਾਲ ਵੱਡੀ ਸੀ। ਮੈਂ 23 ਸਾਲ ਦਾ ਇੱਕ ਜਵਾਨ ਮੁੰਡਾ ਸੀ ਤੇ ਉਹ 30 ਸਾਲ ਦੀ ਲੱਗ ਰਹੀ ਸੀ। ਨਾ ਤਾਂ ਉਹ ਇੰਨੀ ਸੋਹਣਾ ਸੀ ਕਿ ਮੈਂ ਦੇਖਦਾ ਰਹਿ ਸਕਦਾ ਅਤੇ ਨਾ ਹੀ ਇੰਨੀ ਬਦਸੂਰਤ ਸੀ ਕਿ ਬਚ ਸਕਦਾ ਸੀ। ਇਹ ਬਿਲਕੁਲ ਠੀਕ ਠਾਕ ਸੀ। ਉਸ ਦਾ ਰੰਗ ਥੋੜਾ ਕਾਲਾ ਸੀ। ਇਹ ਸਭ ਦੇਖ ਕੇ ਮੈਂ ਡਰ ਗਿਆ ਅਤੇ ਤੁਰੰਤ ਕਮਰੇ ਤੋਂ ਬਾਹਰ ਚਲਾ ਗਿਆ। ਮੈਂ ਸਾਰੀ ਰਾਤ ਇਹ ਸੋਚਦਾ ਰਿਹਾ ਕਿ ਮੇਰੀ ਮਾਂ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੇਰਾ ਵਿਆਹ ਇੰਨੀ ਆਮ ਕੁੜੀ ਨਾਲ ਕਿਉਂ ਕੀਤਾ। 2 ਦਿਨਾਂ ਬਾਅਦ ਮੇਰੀ ਮਾਂ ਹਸਪਤਾਲ ਤੋਂ ਘਰ ਆਈ। ਮੰਮੀ ਦੀ ਤਬੀਅਤ ਖਰਾਬ ਸੀ ਅਤੇ ਇਸੇ ਲਈ ਮੈਨੂੰ ਮੰਮੀ ਤੋਂ ਕੋਈ ਸ਼ਿਕਾਇਤ ਨਹੀਂ ਸੀ। ਘਰ ਆ ਕੇ ਆਪਣੀ ਪਤਨੀ ਨਾਲ ਇਸ ਤਰ੍ਹਾਂ ਰਹਿਣ ਲੱਗ ਪਿਆ ਜਿਵੇਂ ਤੁਸੀਂ ਆਪਣੇ ਪਤਨੀ ਨਾਲ ਰਹਿੰਦੇ ਹੋ। ਮੈਨੂੰ ਆਪਣੀ ਪਤਨੀ ਪਸੰਦ ਨਹੀਂ ਸੀ, ਪਰ ਉਹ ਮਨ ਦੀ ਬਹੁਤ ਚੰਗੀ ਸੀ। ਕੁਝ ਹੀ ਦਿਨਾਂ ਵਿੱਚ ਉਸ ਦੇ ਪ੍ਰਤੀ ਮੇਰੇ ਮਨ 'ਚ ਲਗਾਵ ਸ਼ੁਰੂ ਹੋ ਗਿਆ ਸੀ। ਉਹ ਸਮੇਂ ਸਿਰ ਮੇਰੇ ਲਈ ਖਾਣਾ ਲੈ ਕੇ ਆਉਂਦੀ। ਘਰ ਆਉਂਦਿਆਂ ਹੀ ਪਾਣੀ ਲੈ ਕੇ ਆਉਂਦੀ।
ਮੇਰੇ ਕੱਪੜੇ ਸਮੇਂ ਸਿਰ ਧੋ ਦਿੰਦੀ ਅਤੇ ਉਹਨਾਂ ਨੂੰ ਪ੍ਰੈਸ ਕਰਕੇ ਰੱਖਦੀ। ਉਹ ਘਰ ਦੇ ਸਾਰੇ ਕੰਮ ਸਹੀ ਢੰਗ ਨਾਲ ਕਰਦੀ ਸੀ। ਮੈਂ ਆਪਣੀ ਮਾਂ ਤੇ ਭੈਣਾਂ ਦਾ ਵੀ ਖਿਆਲ ਰੱਖਦਾ ਸੀ। ਹੁਣ ਹੌਲੀ-ਹੌਲੀ ਮੇਰੀ ਪਤਨੀ ਮੈਨੂੰ ਥੋੜਾ ਪਸੰਦ ਆਉਣ ਲੱਗੀ ਸੀ। ਮੈਨੂੰ ਗੁੱਸਾ ਸੀ ਕਿ ਉਹ ਮੇਰੇ ਤੋਂ 7 ਸਾਲ ਵੱਡੀ ਹੈ। ਮੈਂ ਉਸ ਨੂੰ ਕਦੇ ਨਹੀਂ ਮਿਲਿਆ, ਹੁਣ ਪਤਨੀ ਦੀ ਨਜ਼ਰ ਨਾਲ ਕਦੇ ਨਹੀਂ ਸੀ ਦੇਖਿਆ। ਪਰ ਉਸ ਦਾ ਮੇਰੀ ਮਾਂ ਦੀ ਤੇ ਮੇਰੀ ਭੈਣਾਂ ਦੀ ਦੇਖਭਾਲ ਕਰਨ ਦਾ ਤਰੀਕਾ ਮੈਨੂੰ ਪਸੰਦ ਸੀ। ਸ਼ੁਰੂ ਵਿੱਚ ਮੈਂ ਉਸ ਨਾਲ ਗੁੱਸੇ ਵਿੱਚ ਗੱਲ ਕਰਦਾ ਸੀ ਅਤੇ ਹਰ ਸਮੇਂ ਉਸ ਨੂੰ ਝਿੜਕਦਾ ਰਹਿੰਦਾ ਸੀ। ਪਰ ਫਿਰ ਹੌਲੀ-ਹੌਲੀ ਮੇਰੀਆਂ ਗੱਲਾਂ ਵਿੱਚ ਚੰਗਿਆਈ ਆਉਣ ਲੱਗੀ। ਅਤੇ ਸਾਡੇ ਵਿਆਹ ਨੂੰ 2 ਮਹੀਨੇ ਬੀਤ ਚੁੱਕੇ ਹਨ। ਹੁਣ ਸਮਾਂ ਬੀਤ ਰਿਹਾ ਸੀ। ਇੱਕ ਦਿਨ ਮੈਂ ਸੌਂ ਰਿਹਾ ਸੀ। ਰੋਣ ਦੀ ਆਵਾਜ਼ ਸੁਣ ਕੇ ਮੈਂ ਹੈਰਾਨ ਰਹਿ ਗਿਆ। ਇਹ ਆਵਾਜ਼ ਬਾਥਰੂਮ ਵਿੱਚੋਂ ਆ ਰਹੀ ਸੀ। ਮੈਨੂੰ ਚਿੰਤਾ ਸੀ ਕਿ ਰਾਤ ਦੇ ਇਸ ਸਮੇਂ ਬਾਥਰੂਮ ਵਿੱਚ ਕੌਣ ਰੋ ਰਿਹਾ ਸੀ। ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਕੁਝ ਦੇਰ ਬਾਅਦ ਮੇਰੀ ਪਤਨੀ ਬਾਥਰੂਮ ਵਿੱਚੋਂ ਬਾਹਰ ਆਈ। ਮੈਂ ਉਸ ਨੂੰ ਪੁੱਛਿਆ ਕਿ ਤੂੰ ਅੰਦਰੋਂ ਰੋ ਰਹੀ ਹੋ, ਤਾਂ ਉਹ ਕਹਿਣ ਲੱਗੀ ਨਹੀਂ ਤਾਂ ਮੈਂ ਕਿਉਂ ਰੋਣਾ। ਤੁਹਾਨੂੰ ਕੁਝ ਗਲਤਫਹਿਮੀ ਹੋ ਗਈ ਹੈ। ਪਰ ਮੈਨੂੰ ਯਕੀਨ ਸੀ, ਉਹ ਸੱਚਮੁੱਚ ਰੋ ਰਹੀ ਸੀ। ਦਿਨ ਇਵੇਂ ਹੀ ਬੀਤ ਰਹੇ ਸਨ। ਮੈਂ ਆਪਣੀ ਪਤਨੀ ਨੂੰ ਅਕਸਰ ਰੋਂਦੇ ਵੇਖਦਾ ਸੀ ਅਤੇ ਜਦੋਂ ਕਾਰਨ ਉਸ ਕੋਲ ਪਹੁੰਚਦਾ ਸੀ, ਤਾਂ ਉਹ ਮੈਨੂੰ ਕੁਝ ਨਹੀਂ ਦੱਸਦੀ ਸੀ ਅਤੇ ਝੂਠ ਬੋਲਦੀ ਸੀ ਕਿ ਮੈਂ ਰੋਈ ਨਹੀਂ ਸੀ। ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰਦੀ ਸੀ ਕਿ ਮੇਰੀ ਪਤਨੀ ਕਿਉਂ ਰੋਂਦੀ ਹੈ। ਮੈਂ ਇਸ ਦਾ ਕਾਰਨ ਜਾਣਨਾ ਚਾਹੁੰਦਾ ਸੀ। ਇੱਕ ਦਿਨ ਜਦੋਂ ਮੈਂ ਕੰਮ ਤੋਂ ਘਰ ਵਾਪਸ ਆਇਆ ਤਾਂ ਦੇਖਿਆ ਕਿ ਮੇਰੀ ਭੈਣ ਮੇਰੀ ਪਤਨੀ ਨਾਲ ਬਹੁਤ ਬਦਤਮੀਜ਼ੀ ਨਾਲ ਗੱਲ ਕਰ ਰਹੀ ਸੀ, ਅਤੇ ਨਾ ਸਿਰਫ ਗੱਲ ਕਰ ਰਹੀ ਸੀ, ਸਗੋਂ ਉਸ ਦੀ ਗੱਲ ਤੇ ਥੱਪੜ ਵੀ ਮਾਰਿਆ ਸੀ। ਇਹ ਸਾਰਾ ਤਮਾਸ਼ਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਦੀਦੀ ਮੇਰੀ ਘਰਵਾਲੀ ਨੂੰ ਕਹਿ ਰਹੀ ਸੀ ਕਿ ਤੇਰੇ ਵਰਗੀ ਬਦਸੂਰਤ ਔਰਤ ਕਾਰਨ ਸਾਡਾ ਘਰ ਉਜੜ ਗਿਆ। ਸਾਡੇ ਭਰਾ ਨੂੰ ਕੋਈ ਹੋਰ ਸੋਹਣੀ ਕੁੜੀ ਮਿਲ ਸਕਦੀ ਸੀ। ਮੈਂ ਝੱਟ ਦੀਦੀ ਨੂੰ ਕਿਹਾ, ਦੀਦੀ ਤੂੰ ਇਹ ਸਭ ਕੀ ਕਰ ਰਹੀ ਹੈ ਤੇ ਇਸ ਵਿਆਹ ਵਿੱਚ ਉਸ ਦਾ ਕੀ ਕਸੂਰ ਹੈ। ਉਦੋਂ ਮੈਂ ਆਪਣੀ ਪਤਨੀ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਆਇਆ ਸੀ ਅਤੇ ਹੁਣ ਅਕਸਰ ਅਜਿਹਾ ਹੁੰਦਾ ਰਹਿੰਦਾ ਸੀ। ਮੇਰੀ ਭੈਣ ਮੇਰੀ ਪਤਨੀ ਨੂੰ ਅਕਸਰ ਝਿੜਕਦੀ ਰਹਿੰਦੀ ਸੀ। ਅਤੇ ਫਿਰ ਮੈਨੂੰ ਪਤਾ ਲੱਗਾ, ਮੇਰੀ ਪਤਨੀ ਕਿਉਂ ਰੋਂਦੀ ਹੈ। ਮੈਨੂੰ ਹੁਣ ਆਪਣੀ ਪਤਨੀ ਨਾਲ ਥੋੜਾ ਜਿਹਾ ਪਿਆਰ ਹੋਣ ਲੱਗਾ ਸੀ। ਮੈਂ ਆਪਣੀ ਪਤਨੀ ਲਈ ਅਕਸਰ ਆਪਣੀਆਂ ਭੈਣਾਂ ਨਾਲ ਲੜਦਾ ਰਹਿੰਦਾ ਸੀ। ਸਮਾਂ ਇਸ ਤਰ੍ਹਾਂ ਬੀਤ ਰਿਹਾ ਸੀ। ਜਦੋਂ ਮੈਂ ਆਪਣੀ ਪਤਨੀ ਲਈ ਆਪਣੀਆਂ ਭੈਣਾਂ ਨਾਲ ਲੜਦਾ ਸੀ ਤਾਂ ਉਹ ਮੇਰੀ ਪਤਨੀ ਦੇ ਖਿਲਾਫ ਗੱਲਾਂ ਕਰਕੇ ਮੇਰਾ ਮਨ ਖਰਾਬ ਕਰ ਦਿੰਦੀਆਂ ਸੀ। ਮੇਰੀਆਂ ਭੈਣਾਂ ਮੇਰੀ ਪਤਨੀ ਬਾਰੇ ਅਜਿਹੀਆਂ ਮਾੜੀਆਂ ਗੱਲਾਂ ਕਰਦੀਆਂ ਸਨ ਕਿ ਮੈਨੂੰ ਆਪਣੀ ਪਤਨੀ ਤੇ ਗੁੱਸਾ ਆ ਜਾਂਦਾ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਭੈਣ ਸੱਚ ਬੋਲ ਰਹੀ ਸੀ ਜਾਂ ਝੂਠ। ਪਰ ਮੈਂ ਉਸ ਵਿੱਚ ਵਿਸ਼ਵਾਸ ਕੀਤਾ। ਹੁਣ ਮੇਰੀ ਮਾਂ ਵੀ ਮੈਨੂੰ ਮੇਰੀ ਪਤਨੀ ਦੇ ਖਿਲਾਫ ਦੱਸਣ ਲੱਗੀ। ਜਦੋਂ ਮਾਂ ਮੇਰੀ ਪਤਨੀ ਬਾਰੇ ਬੁਰਾ ਬੋਲਦੀ ਸੀ, ਤਾਂ ਮੈਨੂੰ ਯਕੀਨ ਹੋ ਗਿਆ ਸੀ ਕਿ ਕਸੂਰ ਮੇਰੀ ਪਤਨੀ ਦਾ ਹੈ। ਉਸ ਰਾਤ ਮੈਂ ਆਪਣੀ ਪਤਨੀ ਨੂੰ ਬਹੁਤ ਡਾਂਟਿਆ। ਮੈਨੂੰ ਦੁੱਖ ਹੋਇਆ ਪਰ ਮੈਂ ਕੀ ਕਰਾਂ। ਮਾਂ ਨੇ ਸ਼ਿਕਾਇਤ ਕੀਤੀ। ਉਹ ਚੁੱਪਚਾਪ ਬੈਠੀ ਮੇਰੀ ਝਿੜਕ ਨੂੰ ਬਰਦਾਸ਼ਤ ਕਰ ਰਹੀ ਸੀ। ਸਮਾਂ ਬੀਤਦਾ ਜਾ ਰਿਹਾ ਸੀ। ਮੇਰੀ ਪਤਨੀ ਵਿਰੁੱਧ ਮੇਰੀਆਂ ਭੈਣਾਂ ਦੀਆਂ ਸ਼ਿਕਾਇਤਾਂ ਵਧਣ ਲੱਗੀਆਂ। ਮੈਂ ਵੀ ਹੁਣ ਆਪਣੀ ਪਤਨੀ ਤੋਂ ਤੰਗ ਆ ਗਿਆ ਸੀ। ਮੈਂ ਉਹਦੇ ਨਾਲ ਘੱਟ ਗੱਲ ਕਰਨ ਲੱਗ ਗਿਆ ਸੀ ਅਤੇ ਜੇਕਰ ਉਹ ਮੇਰੇ ਲਈ ਖਾਣਾ ਲੈ ਕੇ ਆਉਂਦੀ ਤਾਂ ਮੈਂ ਜਾਣ-ਬੁੱਝ ਕੇ ਉਸ ਨੂੰ ਖਾਣੇ ਦੀ ਕਮੀ ਦੇਖ ਕੇ ਝਿੜਕਦਾ। ਜੇਕਰ ਉਹ ਕੋਈ ਕੰਮ ਕਰਦੀ ਤਾਂ ਮੈਨੂੰ ਬੇਲੋੜਾ ਗੁੱਸਾ ਆਉਂਦਾ। ਘਰ ਦੇ ਸਾਰੇ ਲੋਕ ਇਸ ਤੋਂ ਤੰਗ ਆ ਚੁੱਕੇ ਸਨ। ਇੱਕ ਦਿਨ ਮੇਰੀ ਭੈਣ ਮੇਰੇ ਕੋਲ ਆਈ ਅਤੇ ਉਸਨੇ ਮੈਨੂੰ ਇੱਕ ਅਜੀਬ ਜਿਹੀ ਗੱਲ ਦੱਸੀ ਜਿਸ ਨਾਲ ਮੈਨੂੰ ਬਹੁਤ ਗੁੱਸਾ ਆਇਆ। ਦੀਦੀ ਨੇ ਮੈਨੂੰ ਆਪਣੀ ਪਤਨੀ ਨੂੰ ਛੱਡਣ ਲਈ ਕਿਹਾ। ਇਹ ਸੁਣ ਕੇ ਮੇਰਾ ਮਨ ਥੋੜਾ ਭਟਕ ਗਿਆ। ਮੈਂ ਦੀਦੀ ਨੂੰ ਕਿਹਾ ਮੈਂ ਇਹ ਕਿਵੇਂ ਕਰ ਸਕਦਾ ਹਾਂ। ਮੈਂ ਕਰ ਸਕਦਾ ਹਾਂ। ਦੀਦੀ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਮਾਂ ਨੂੰ ਮਨਾ ਲਵਾਂਗੀ ਅਤੇ ਮੇਰਾ ਵਿਆਹ ਸਿਮਰਨ ਨਾਲ ਕਰਵਾ ਦੇਵੇਗੀ। ਪਹਿਲਾਂ ਤਾਂ ਮੈਂ ਨਹੀਂ ਮੰਨਿਆ ਪਰ 3 ਦਿਨਾਂ ਬਾਅਦ ਦੀਦੀ ਨੇ ਮੈਨੂੰ ਦੱਸਿਆ ਕਿ ਉਹ ਵੀ ਮੰਮੀ ਨੂੰ ਮਨਾ ਚੁੱਕੀ ਹੈ। ਹੁਣ ਮੈਂ ਮੰਨ ਗਿਆ ਸੀ, ਪਰ ਫਿਰ ਵੀ ਮੈਂ ਉਸ ਨੂੰ ਕਿਵੇਂ ਛੱਡ ਸਕਦਾ ਸੀ। ਫਿਰ ਇੱਕ ਦਿਨ ਮੇਰੀ ਪਤਨੀ ਮੇਰੇ ਲਈ ਖਾਣਾ ਬਣਾ ਰਹੀ ਸੀ। ਖਾਣੇ ਵਿੱਚ ਲੂਣ ਥੋੜਾ ਬਹੁਤ ਸੀ। ਮੈਂ ਸੋਚਿਆ ਸੀ ਕਿ ਅੱਜ ਲੂਣ ਜ਼ਿਆਦਾ ਹੋਣ ਦੇ ਬਹਾਨੇ ਘਰਵਾਲੀ ਨੂੰ ਬੋਲਾਂਗਾ ਤੇ ਇਸ ਬਹਾਨੇ ਉਸ ਨੂੰ ਘਰੋਂ ਕੱਢ ਦੇਵਾਂਗਾ ਤੇ ਉਸ ਨੂੰ ਵੀ ਕਹਿ ਦੇਵਾਂਗਾ ਕਿ ਮੁੜ ਕੇ ਨਾ ਆਵੇ ਕਿ ਇਸ ਤੋਂ ਛੁਟਕਾਰਾ ਪਾ ਲਵਾਂ। ਮੈਂ ਉਸ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਜਾਣ ਲਈ ਕਿਹਾ। ਉਹ ਉੱਚੀ-ਉੱਚੀ ਰੋਣ ਲੱਗੀ। ਮੇਰੀ ਪਤਨੀ ਦੇ ਚੀਕ ਚਿਹਾੜੇ ਸੁਣ ਕੇ ਉੱਥੋਂ ਦੇ ਲੋਕ ਆ ਗਏ। ਉਹਨਾਂ ਨੇ ਪੁਲਿਸ ਨੂੰ ਵੀ ਬੁਲਾ ਲਿਆ ਸੀ। ਜਦੋਂ ਮੈਂ ਆਪਣੀ ਪਤਨੀ ਨੂੰ ਤਲਾਕ ਦੇਣਾ ਬਾਰੇ ਕਿਹਾ ਤਾਂ ਮੈਨੂੰ ਥਾਣੇ ਲਿਜਾਇਆ ਗਿਆ। ਫਿਰ ਮਾਮਲਾ ਪੁਲਿਸ ਨੇ ਚੁੱਕਿਆ। ਉਹ ਮੈਨੂੰ ਛੱਡ ਨਹੀਂ ਰਹੇ ਸੀ। ਮੇਰੀ ਪਤਨੀ ਥਾਣੇ ਆਈ ਤੇ ਪੁਲਿਸ ਨੂੰ ਕਿਹਾ ਕਿ ਮੇਰੀ ਗਲਤੀ ਸੀ, ਮੇਰੇ ਪਤੀ ਗਲਤ ਨਹੀਂ ਸੀ, ਇਸ ਲਈ ਇਹਨਾਂ ਨੂੰ ਛੱਡ ਦਵੋ। ਉਸਨੇ ਸਭ ਦੇ ਸਾਹਮਣੇ ਮੇਰੇ ਤੋਂ ਮਾਫੀ ਵੀ ਮੰਗੀ। ਉਸਦੀ ਗਲਤੀ ਨਹੀਂ ਸੀ, ਫੇਰ ਵੀ ਉਸਨੇ ਆਪ ਗਲਤ ਹੋ ਕੇ ਮੇਰੀ ਇੱਜ਼ਤ ਬਚਾਈ। ਅਸੀਂ ਘਰੇ ਆ ਗਏ। ਹੁਣ ਉਹ ਬਹੁਤ ਬਦਲ ਗਈ ਸੀ।
ਉਹ ਕੁਝ ਨਹੀਂ ਬੋਲਦੀ ਸੀ, ਸਾਰਾ ਦਿਨ ਚੁੱਪ ਰਹਿੰਦੀ ਸੀ। ਦਿਨ ਬੀਤਦੇ ਗਏ, ਇੱਕ ਦਿਨ ਉਸਨੇ ਮੈਨੂੰ ਫੋਨ ਕੀਤਾ। ਮੇਰੇ ਮਨ ਨੂੰ ਤਸੱਲੀ ਹੋ ਗਈ ਕਿ ਉਸਦਾ ਫੋਨ ਤਾਂ ਆਇਆ। ਉਸਨੇ ਮੇਰੇ ਤੋਂ 1 ਕਿਲੋ ਖੋਆ ਮੰਗਵਾਇਆ। ਮੈਂ ਉਸ ਦਿਨ 1 ਕਿਲੋ ਖੋਆ ਲੈ ਗਿਆ, ਫਿਰ ਅਗਲੇ ਦਿਨ ਉਸਨੇ ਮੇਰੇ ਤੋਂ ਫਿਰ 1 ਕਿਲੋ ਖੋਆ ਮੰਗਵਾਇਆ। ਮੈਂ ਹੈਰਾਨ ਸੀ ਕਿ ਉਸਨੇ ਕੁਝ ਬਣਾਇਆ ਤਾਂ ਹੈ ਨਹੀਂ ਨੇ, ਬਿਨਾਂ ਕੁਝ ਪੁੱਛੇ ਅਗਲੇ ਦਿਨ ਖੋਆ ਫੇਰ ਰਹਿ ਗਿਆ। ਹੁਣ ਇਹ ਸਿਲਸਿਲਾ ਹਰ ਰੋਜ਼ ਚੱਲਦਾ। ਉਹ ਹਰ ਰੋਜ਼ ਮੇਰੇ ਤੋਂ ਖੋਆ ਲਿਆਉਣ ਨੂੰ ਕਹਿੰਦੀ। ਜਦੋਂ ਮੈਂ ਪੁੱਛਦਾ ਕਿ ਤੂੰ ਇੰਨਾ ਖੋਏ ਦਾ ਕਰਦੀ ਕੀ ਹੈ, ਤਾਂ ਉਹ ਕਹਿ ਦਿੰਦੀ ਕਿ ਕੱਲ ਵਾਲਾ ਖੋਆ ਬਿੱਲੀ ਨੇ ਖਾ ਲਿਆ, ਕਦੇ ਚੂਹੇ ਨੇ ਖਾ ਲਿਆ। ਰੋਜ਼ ਅਲੱਗ-ਅਲੱਗ ਬਹਾਨੇ ਲਾਉਂਦੀ। ਇੱਕ ਦਿਨ ਮੈਂ ਉਸਨੂੰ ਬਹੁਤ ਗੁੱਸੇ ਨਾਲ ਬੋਲਿਆ। ਉਹ ਸਹਿਮ ਗਈ, ਰੋਣ ਲੱਗ ਗਈ, ਪਰ ਕੁਝ ਨਾ ਬੋਲੀ। ਪਰ ਪਤਾ ਨਹੀਂ ਕਿਉਂ ਸੁਣ ਮੈਨੂੰ ਉਸਦਾ ਬਹੁਤ ਮੂੰਹ ਆਉਣ ਲੱਗ ਗਿਆ ਸੀ। ਹੁਣ ਮੈਂ ਉਸ ਤੇ ਗੁੱਸਾ ਵੀ ਨਹੀਂ ਸਕਦਾ ਸੀ, ਤੇ ਮੈਂ ਜਦੋਂ ਵੀ ਸਵੇਰੇ ਉੱਠਦਾ ਮੈਨੂੰ ਆਪ 17 ਤੋਂ 18 ਸਾਲ ਦੀ ਕੁੜੀ ਲੱਗਦੀ ਸੀ। ਮੈਂ ਹਮੇਸ਼ਾ ਆਪਣੇ ਆਪ ਨੂੰ ਕੋਸਦਾ ਰਹਿੰਦਾ ਕਿ ਮੈਂ ਇੰਨੀ ਖੂਬਸੂਰਤ ਕੁੜੀ ਨੂੰ ਦੁਖੀ ਕਰਦਾ ਰਿਹਾ। ਮੇਰੀ ਦੀਦੀ ਇਹ ਸਭ ਕੁਝ ਦੇਖ ਰਹੇ ਸੀ। ਉਹਨੇ ਮੇਰੀ ਪਤਨੀ ਉੱਤੇ ਕੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਸਨੂੰ ਇੱਕ ਅਜੀਬ ਜਿਹਾ ਸ਼ੱਕ ਹੋ ਗਿਆ ਸੀ। ਉਸਨੇ ਠਾਣ ਲਿਆ ਸੀ ਕਿ ਉਹ ਉਸਦਾ ਪਰਦਾਫਾਸ਼ ਕਰਕੇ ਹੀ ਰਹੇਗੀ। ਮੇਰੇ ਤੇ ਮੇਰੀ ਪਤਨੀ ਵਿੱਚ ਸਭ ਕੁਝ ਅਲੱਗ ਹੋ ਰਿਹਾ ਸੀ। ਹੁਣ ਮੈਂ ਉਸਨੂੰ ਡਾਂਟਦਾ ਵੀ ਨਹੀਂ ਸੀ, ਉਹਦਾ ਖਿਆਲ ਰੱਖਦਾ ਸੀ। ਹੁਣ ਮੈਂ ਰੋਜ਼ ਆਪਣੀ ਖੁਸ਼ੀ ਨਾਲ ਉਹਦੇ ਲਈ 1 ਕਿਲੋ ਖੋਆ ਲਿਆਉਂਦਾ ਸੀ। ਹੁਣ ਮੇਰੀ ਮਾਂ ਤੇ ਮੇਰੀ ਭੈਣ ਮੇਰੀ ਪਤਨੀ ਬਾਰੇ ਕੁਝ ਵੀ ਜਾਣਦੀਆਂ ਸੀ, ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ। ਤੇ ਨਾ ਹੀ ਮੈਂ ਉਹਨਾਂ ਦੀ ਕਿਸੇ ਗੱਲ ਤੇ ਕੋਈ ਯਕੀਨ ਕਰਦਾ ਸੀ। ਮੇਰੀ ਭੈਣ ਇਹ ਸਭ ਗੱਲਾਂ ਦੇਖ ਕੇ ਬਹੁਤ ਹੈਰਾਨ ਸੀ ਕਿ ਅਚਾਨਕ ਇਸ ਨੂੰ ਕੀ ਹੋ ਗਿਆ ਹੈ। ਇਹ ਜ਼ੋਰ ਦਾ ਗੁਲਾਮ ਕਿਵੇਂ ਬਣ ਗਿਆ ਹੈ। ਮੈਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਮੇਰੇ ਨਾਲ ਹੋ ਕੀ ਰਿਹਾ ਹੈ। ਉਹਦੇ ਨਾਲ ਰਹਿਣਾ, ਉਹਦੇ ਨਾਲ ਵਕਤ ਗੁਜ਼ਾਰਨਾ ਹੁਣ ਮੈਨੂੰ ਚੰਗਾ ਲੱਗਣ ਲੱਗ ਪਿਆ ਸੀ। 1 ਮਹੀਨਾ ਬੀਤ ਗਿਆ। ਮੇਰਾ ਨਜ਼ਰੀਆ ਮੇਰੀ ਪਤਨੀ ਪ੍ਰਤੀ ਬਦਲਣ ਲੱਗ ਗਿਆ ਸੀ। ਮੈਨੂੰ ਐਵੇਂ ਲੱਗਦਾ ਸੀ ਕਿ ਉਹ ਕਿਸੇ ਪਰੀ ਦੀ ਤਰ੍ਹਾਂ ਹੋਵੇ। ਮੈਂ ਰੋਜ਼ ਉਸ ਤੋਂ ਉਸਦੇ ਨਾਲ ਕੀਤੇ ਵਿਵਹਾਰ ਦੀ ਮਾਫੀ ਮੰਗਦਾ ਸੀ। ਹੁਣ ਮੈਨੂੰ ਉਸਦੀ ਸੇਵਾ ਕਰਨਾ ਬਹੁਤ ਚੰਗਾ ਲੱਗਦਾ ਸੀ। ਮੈਂ ਉਹਦੇ ਲਈ ਖਾਣਾ ਪਕਾਉਂਦਾ, ਉਸਦੇ ਕੱਪੜੇ ਧੋਦਾ, ਤੇ ਆਪਣੇ ਹੱਥਾਂ ਨਾਲ ਉਹਨੂੰ ਰੋਟੀ ਖਵਾਉਂਦਾ ਸੀ, ਅਤੇ ਉਸਨੂੰ ਕੋਈ ਕੰਮ ਨਹੀਂ ਕਰਨਾ ਦਿੰਦਾ ਸੀ। ਮੇਰੀ ਭੈਣ ਤੇ ਮਾਂ ਬਹੁਤ ਗੁੱਸੇ ਵਿੱਚ ਆ ਕੇ ਮੈਨੂੰ ਖਰੀ ਖੋਟੀ ਸੁਣਾਉਂਦੀਆਂ, ਪਰ ਮੈਂ ਉਹਨਾਂ ਨਾਲ ਲੜ ਪੈਂਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਆਪਦੀ ਪਤਨੀ ਖਿਲਾਫ ਇੱਕ ਸ਼ਬਦ ਨਹੀਂ ਸੁਣਾਂਗਾ। ਮੇਰੀ ਮਾਂ ਮੈਨੂੰ ਬਚਪਨ ਦੇ ਵਾਸਤੇ ਦਿੰਦੀ ਕਿ ਯਾਦ ਕਰ ਜਦ ਤੇਰਾ ਬਾਪ ਭੈਣ ਭਾਈਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਸੀ, ਇੰਨੀ ਖੂਨ ਪਸੀਨੇ ਦੀ ਕਮਾਈ ਕਰਕੇ ਤੁਹਾਨੂੰ ਖਵਾਇਆ ਜਵਾਨ ਕੀਤਾ, ਅਤੇ ਤੂੰ ਆਪਣੀ ਪਤਨੀ ਦੇ ਕਹਿਣ ਤੇ ਸਾਡੇ ਨਾਲ ਲੜਦਾ ਹੈ। ਮੈਂ ਕਿਹਾ ਕਿ ਮੰਮੀ ਕੁਝ ਵੀ ਕਹੋ, ਮੇਰੀ ਪਤਨੀ ਨੂੰ ਕੋਈ ਤਕਲੀਫ ਨਾ ਦਿਓ। ਮੈਂ ਤੇ ਮੇਰੀ ਪਤਨੀ ਨੇ ਬਹੁਤ ਕੁਝ ਸਹਿ ਲਿਆ ਹੈ। ਚੰਗੇ ਦਿਨ ਗੁਜ਼ਰਦੇ ਜਾ ਰਹੇ ਸੀ। ਇੱਕ ਦਿਨ ਮੇਰੀ ਦੀਦੀ ਨੂੰ ਖੋਏ ਦਾ ਰਾਜ਼ ਪਤਾ ਚੱਲ ਗਿਆ ਸੀ, ਅਤੇ ਮੇਰੀ ਗੈਰ ਮੌਜੂਦਗੀ ਵਿੱਚ ਉਹ ਮੇਰੀ ਪਤਨੀ ਨੂੰ ਡਾਂਟ ਰਹੀ ਸੀ, ਅਤੇ ਉਸਨੇ ਮੇਰੀ ਪਤਨੀ ਦੇ ਥੱਪੜ ਵੀ ਮਾਰਿਆ। ਜਦੋਂ ਮੈਂ ਉੱਥੇ ਪਹੁੰਚੇ ਤਾਂ ਦੀਦੀ ਨੇ ਖੋਏ ਵਾਲੀ ਸਾਰੀ ਗੱਲ ਦੱਸੀ, ਅਤੇ ਮੇਰਾ ਧਿਆਨ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਦੀਦੀ ਦੀ ਵੀ ਗੱਲ ਨਹੀਂ ਸੁਣੀ, ਉਲਟਾ ਗੁੱਸਾ ਕੀਤਾ, ਅਤੇ ਆਪਣੀ ਭੈਣ ਨੂੰ ਮੈਂ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਦੀਦੀ ਚੀਕਦੀ ਚਲਾਉਂਦੀ ਰਹੀ, ਪਰ ਮੈਂ ਉਸਦੀ ਕਿਸੇ ਗੱਲ ਤੇ ਧਿਆਨ ਨਹੀਂ ਦਿੱਤਾ। ਮੇਰੀ ਮਾਂ ਤੇ ਛੋਟੀ ਭੈਣ ਨੇ ਵੀ ਬਹੁਤ ਸਮਝਾਇਆ, ਪਰ ਮੈਂ ਨਹੀਂ ਰੁਕਿਆ। ਹੋਰ ਮੈਂ ਕਿਹਾ ਕਿ ਜਿਸਨੇ ਜਾਣਾ ਉਸ ਨਾਲ ਜਾ ਸਕਦਾ ਹੈ। ਮੇਰੀ ਮਾਂ ਬਿਮਾਰ ਹੋ ਕੇ ਬਿਸਤਰੇ ਨਾਲ ਲੱਗ। ਮੇਰੀ ਛੋਟੀ ਭੈਣ ਸਾਰਾ ਦਿਨ ਕੰਮ ਕਰਦੀ, ਅਤੇ ਮੈਂ ਸਾਰਾ ਦਿਨ ਆਪਣੀ ਪਤਨੀ ਦੀ ਸੇਵਾ ਕਰਦਾ ਰਹਿੰਦਾ। ਰਾਤ ਨੂੰ ਮੈਨੂੰ ਹੈਰਾਨੀ ਤਾਂ ਹੁੰਦੀ ਕਿ ਰੋਜ਼ ਬਿੱਲੀ ਖੋਆ ਕਿਵੇਂ ਆ ਜਾਂਦੀ ਹੈ, ਪਰ ਸਵੇਰੇ ਸਭ ਕੁਝ ਮੇਰੇ ਦਿਮਾਗ ਚੋਂ ਨਿਕਲ ਜਾਂਦਾ। ਹੁਣ ਦਿਨ ਹੋਵੇ ਚਾਹੇ ਰਾਤ, ਮੇਰੀ ਸਿਰਫ ਆਪਣੀ ਪਤਨੀ ਸੀ ਯਾਦ ਰਹਿੰਦੀ। ਮੈਂ ਹਰ ਵਕਤ ਉਹਦੇ ਨਾਲ ਰਹਿਣਾ ਚਾਹੁੰਦਾ ਸੀ। ਉਸ ਤੋਂ ਇਲਾਵਾ ਦੁਨੀਆ ਵਿੱਚ ਮੈਨੂੰ ਕੁਝ ਵੀ ਪਸੰਦ ਨਹੀਂ ਸੀ। ਇੱਕ ਦਿਨ ਮੈਂ ਆਫਿਸ ਵਿੱਚ ਤੁਰਿਆ ਜਾਂਦਾ, ਅਲਮਾਰੀ ਵਿੱਚ ਵੱਜਿਆ। ਮੇਰਾ ਖੂਨ ਕਾਲੇ ਰੰਗ ਦਾ ਸੀ। ਉੱਥੇ ਮੇਰਾ ਇੱਕ ਦੋਸਤ ਸੀ ਜੋ ਜਾਦੂ ਟੋਣਾ ਜਾਣਦਾ ਸੀ, ਕਿਉਂਕਿ ਉਹ ਇੱਕ ਬਾਬੇ ਦਾ ਚੇਲਾ ਸੀ। ਮੇਰੇ ਖੂਨ ਦਾ ਰੰਗ ਦੇਖ ਕੇ ਮੈਨੂੰ ਬਾਬੇ ਕੋਲ ਲਾਇਆ ਗਿਆ। ਮੈਂ ਉਸ ਬੰਦੇ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਮੈਨੂੰ ਮਹਿਸੂਸ ਹੋਇਆ ਕਿ ਮੇਰੇ ਮਨ ਵਿੱਚ ਮੇਰੀ ਪਤਨੀ ਨੂੰ ਮਿਲਣ ਦਾ ਜਜ਼ਬਾ ਘਟ ਗਿਆ ਹੈ। ਉਸ ਰਾਤ ਮੈਂ ਆਫਿਸ ਵਿੱਚ ਜ਼ਿਆਦਾ ਕੰਮ ਕੀਤਾ, ਨਹੀਂ ਤਾਂ ਮੈਂ ਸ਼ਾਮ ਹੁੰਦੇ ਹੀ ਮੈਂ ਘਰ ਚੱਲਿਆ ਜਾਂਦਾ ਸੀ। ਕੱਲ ਜਦੋਂ ਮੈਂ ਘਰ ਪਹੁੰਚਾਇਆ, ਤਾਂ ਮੇਰੀ ਪਤਨੀ ਰੋਜ਼ ਦੀ ਤਰ੍ਹਾਂ ਮੇਰਾ ਇੰਤਜ਼ਾਰ ਕਰ ਰਹੀ ਸੀ। ਮੈਂ ਲਿਫਾਫਾ ਉਸਨੂੰ ਫੜਾਇਆ, ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਚਲਿਆ ਗਿਆ। ਅੱਜ ਮੈਨੂੰ ਨੀਂਦ ਨਹੀਂ ਆ ਰਹੀ ਸੀ। ਬਾਰ-ਬਾਰ ਮੈਨੂੰ ਆਪਣੇ ਦੀਦੀ ਦਾ ਖਿਆਲ ਆ ਰਿਹਾ ਸੀ, ਜਿਸਨੂੰ ਮੈਂ ਘਰੋਂ ਕੱਢ ਦਿੱਤਾ ਸੀ। ਤੇ ਸਭ ਸੋਚਦੇ ਮੈਂ ਅੱਖਾਂ ਬੰਦ ਕਰ ਲਈਆਂ। ਅੱਧੀ ਰਾਤ ਨੂੰ ਮੇਰੇ ਕਮਰੇ ਦਾ ਗੇਟ ਖੜਕਿਆ, ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਬਿਸਤਰ ਤੇ ਨਹੀਂ ਹੈ, ਤੇ ਬਾਹਰ ਗਈ ਹੈ। ਮੈਂ ਵੀ ਉਸਦੇ ਪਿੱਛੇ ਉਸਦੇ ਬਾਹਰ ਗਿਆ। ਉਹ ਕਮਰੇ ਤੋਂ ਨਿਕਲੀ, ਅਤੇ ਰਸੋਈ ਵਿੱਚ ਚਲੀ ਗਈ, ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਮੈਂ ਬਾਹਰ ਖੜਾ ਛੁਪ ਕੇ ਉਸਨੂੰ ਦੇਖ ਰਿਹਾ ਸੀ।
ਜਦੋਂ ਮੈਂ ਅੰਦਰ ਦਾ ਨਜ਼ਾਰਾ ਦੇਖਿਆ, ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰੀ ਪਤਨੀ ਨੇ ਚਾਰੋਂ ਤਰਫ ਦੀਵਿਆਂ ਤੇ ਮੋਮਬੱਤੀਆਂ ਦਾ ਗੋਲਾ ਬਣਾਇਆ ਹੋਇਆ ਸੀ, ਅਤੇ ਖੋਆ ਉਸ ਦੇ ਵਿੱਚ ਰੱਖ ਕੇ ਅਜੀਬ ਤਰ੍ਹਾਂ ਦੇ ਮੰਤਰ ਪਾਠ ਰਹੀ ਸੀ। ਇੱਕ ਆਮ ਇਨਸਾਨ ਤਾਂ ਇਹ ਸਭ ਸੋਚ ਵੀ ਨਹੀਂ ਸਕਦਾ। ਇਹ ਸਭ ਦੇਖ ਕੇ ਮੈਨੂੰ ਘਬਰਾਹਟ ਹੋ ਗਈ। ਮੈਨੂੰ ਡਰ ਲੱਗ ਰਿਹਾ ਸੀ, ਤੇ ਮੈਂ ਜਲਦੀ ਨਾਲ ਉੱਥੋਂ ਚਲਿਆ ਗਿਆ, ਅਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ। ਸਵੇਰੇ ਉੱਠਿਆ, ਅਤੇ ਮੱਥਾ ਟੇਕਣ ਲਈ ਮੰਦਿਰ ਚਲਿਆ ਗਿਆ। ਮਾਤਾ ਦੇ ਸਾਹਮਣੇ ਮੈਂ ਆਪਣਾ ਸਿਰ ਝੁਕਾ ਕੇ, ਆਪਣੀ ਗਲਤੀਆਂ ਦੀ ਮੁਆਫੀ ਮੰਗਣ ਲੱਗਾ, ਤੇ ਅਰਦਾਸ ਕਰਨ ਲੱਗਾ, ਹੇ ਪਰਮਾਤਮਾ, ਮੇਰੀ ਮਦਦ ਕਰੋ। ਫਿਰ ਮੈਂ ਆਪਣੇ ਉਸੇ ਦੋਸਤ ਕੋਲ ਗਿਆ, ਅਤੇ ਸਾਰੀ ਗੱਲ ਦੱਸੀ। ਮੇਰੇ ਦੋਸਤ ਨੇ ਮੈਨੂੰ ਇੱਕ ਗੱਲ ਪੁੱਛੀ, ਅਤੇ ਫਿਰ ਜੋ ਉਸਨੇ ਕਿਹਾ, ਇਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਹਨੇ ਮੈਨੂੰ ਦੱਸਿਆ, ਕਿ ਮੇਰੀ ਪਤਨੀ ਕਾਲਾ ਜਾਦੂ ਕਰਦੀ ਹੈ, ਅਤੇ ਉਹ ਕਿਸੇ ਹੋਰ ਤੇ ਨਹੀਂ, ਤੇਰੇ ਤੇ ਹੀ ਕਰਦੀ ਹੈ। ਇਹ ਸੁਣ ਕੇ ਮੇਰੀ ਜਾਨ ਨਿਕਲ ਗਈ। ਮੈਂ ਆਪਣੇ ਦੋਸਤ ਨੂੰ ਪੁੱਛਿਆ, ਕਿ ਤੈਨੂੰ ਪੂਰਾ ਯਕੀਨ ਹੈ? ਉਸਨੇ ਕਿਹਾ, ਹਾਂ, ਮੈਨੂੰ ਪੂਰਾ ਯਕੀਨ ਹੈ, ਕਿ ਤੇਰੀ ਪਤਨੀ ਕਾਲਾ ਜਾਦੂ ਕਰਦੀ ਹੈ। ਉਹ ਤੈਨੂੰ ਆਪਣਾ ਬਣਾਉਣਾ ਚਾਹੁੰਦੀ ਹੈ, ਕਿਸੇ ਕਾਲੇ ਜਾਦੂ ਦੀ ਵਜ੍ਹਾ ਕਰਕੇ। ਤੂੰ ਹਮੇਸ਼ਾ ਆਪਣੀ ਪਤਨੀ ਬਾਰੇ ਸੋਚਦਾ ਰਹਿੰਦਾ ਹੈ। ਤੂੰ ਆਪਣੀ ਮਾਂ ਤੇ ਭੈਣ ਨਾਲ ਬੁਰਾ ਸਲੂਕ ਕਰਦਾ ਹੈ। ਉਸਨੇ ਮੈਨੂੰ ਇੱਕ ਪਾਣੀ ਦੀ ਬੋਤਲ ਦਿੱਤੀ, ਤੇ ਕਿਹਾ, ਕਿ ਇਹ ਪਾਣੀ ਤੋਂ ਰੋਜ਼ ਪਿਆ ਕਰ, ਫੇਰ ਤੇਰੇ ਤੇ ਕੋਈ ਜਾਦੂ ਅਸਰ ਨਹੀਂ ਕਰੇਗਾ। ਅਤੇ ਉਸਨੇ ਮੈਨੂੰ ਪੂਜਾ ਪਾਠ ਕਰਨ ਲਈ ਕਿਹਾ। ਇਹ ਸਭ ਸੁਣ ਕੇ ਮੈਂ ਕਾਫੀ ਹੈਰਾਨ ਸੀ, ਅਤੇ ਬੋਤਲ ਲੈ ਕੇ ਮੈਂ ਘਰੇ ਚਲਿਆ ਗਿਆ। ਮੈਂ ਪਾਠ ਪੂਜਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਪਹਿਲਾਂ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ। ਹੁਣ ਉਸ ਦੇ ਜਾਦੂ ਦਾ ਮੇਰੇ ਉੱਪਰ ਘੱਟ ਅਸਰ ਹੋ ਰਿਹਾ ਸੀ। ਮੈਂ ਰੋਜ਼ ਕਿਚਨ ਵਿੱਚ ਜਾ ਕੇ ਉਸ ਦਾ ਪਿੱਛਾ ਕਰਦਾ, ਦੇਖਦਾ, ਪਰ ਹੁਣ ਉਸ ਦਾ ਅਸਰ ਮੇਰੇ ਤੇ ਘੱਟ ਹੋ ਰਿਹਾ ਸੀ। ਇੱਕ ਦਿਨ ਮੈਂ ਆਪਣੀ ਮਾਂ ਦੇ ਕਮਰੇ ਵਿੱਚ ਗਿਆ। ਉਸਨੂੰ ਬਹੁਤ ਬੁਖਾਰ ਸੀ। ਮੈਂ ਆਪਣੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਮਾਂ ਨੂੰ ਸਭ ਕੁਝ ਦੱਸਿਆ, ਤੇ ਮੈਂ ਆਪਣੀ ਮਾਂ ਤੋਂ ਮੁਆਫੀ ਮੰਗੀ। ਉਹ ਕਹਿੰਦੀ, ਬੇਟਾ, ਜੇ ਮੈਂ ਤੇਰੀ ਮਾਂ ਨਾ ਹੁੰਦੀ, ਤਾਂ ਤੈਨੂੰ ਕਦੇ ਮਾਫ ਨਹੀਂ ਕਰਦੀ, ਪਰ ਮੈਂ ਤੇਰੀ ਮਾਂ ਹਾਂ, ਤੇਰੇ ਤੋਂ ਨਾਰਾਜ਼ ਕਿਵੇਂ ਰਹਿ ਸਕਦੀ ਹਾਂ। ਇਹ ਕਹੇ ਕਿ ਮੇਰੀ ਮਾਂ ਨੇ ਮੈਨੂੰ ਗਲੇ ਨਾਲ ਲਗਾ ਲਿਆ। ਮੈਂ ਕਿਹਾ ਕਿ ਮੰਮੀ, ਦੀਦੀ ਨੂੰ ਵੀ ਵਾਪਸ ਘਰ ਲੈ ਕੇ ਆਉਣਾ ਹੈ। ਅਤੇ ਮੈਂ ਪੁੱਛਿਆ, ਕਿ ਮਾਂ, ਤੂੰ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ, ਕਿਉਂ ਇਸ ਕੁੜੀ ਨਾਲ ਵਿਆਹ ਕਰਾਇਆ? ਮੰਮੀ ਦੱਸਣ ਲੱਗੀ, ਕਿ ਤੇਰੇ ਪਿਤਾ ਜੀ ਦਾ ਇੱਕ ਦੋਸਤ ਸੀ, ਜਿਸਨੇ ਮਰਨ ਤੋਂ ਪਹਿਲਾਂ ਤੇਰੇ ਪਿਓ ਤੋਂ ਇੱਕ ਵਾਅਦਾ ਲਿਆ ਸੀ, ਕਿ ਉਹ ਦੀ ਇਕਲੌਤੀ ਬੇਟੀ ਦਾ ਵਿਆਹ ਆਪਣੇ ਬੇਟੇ ਨਾਲ ਕਰਵਾਏਗਾ। ਤੇਰੇ ਪਿਤਾ ਜੀ ਦੇ ਮਰਨ ਤੋਂ ਬਾਅਦ ਮੈਨੂੰ ਇਹ ਵਾਅਦਾ ਪੂਰਾ ਕਰਨਾ ਪੈਣਾ ਸੀ। ਮੈਂ ਆਪਣੀ ਮੰਮੀ ਦੇ ਗਲੇ ਲੱਗ ਗਿਆ, ਤੇ ਰੋਣ ਲੱਗਾ, ਕਿ ਮੰਮੀ, ਮੈਂ ਤੁਹਾਨੂੰ ਹਮੇਸ਼ਾ ਗਲਤ ਸਮਝਦਾ ਰਿਹਾ, ਮੈਨੂੰ ਮਾਫ ਕਰ ਦਿਓ। ਉਸ ਰਾਤ ਜਦੋਂ ਉਹ ਰਸੋਈ ਵਿੱਚ ਮੰਤਰ ਪੜ੍ਹ ਰਹੀ ਸੀ, ਮੈਂ ਆਪਣੀ ਪਤਨੀ ਦੇ ਪਿੱਛੇ ਗਿਆ, ਅਤੇ ਜਾ ਕੇ ਉਸ ਦੇ ਸਾਹਮਣੇ ਖੜਾ ਹੋ ਗਿਆ। ਮੈਨੂੰ ਦੇਖਦੇ ਸਾਰ ਹੀ ਉਹ ਜ਼ੋਰ-ਜ਼ੋਰ ਦੀ ਚੀਕਾਂ ਲੱਗੀ, ਅਤੇ ਮੇਰੇ ਕਦਮਾਂ ਵਿੱਚ ਆ ਕੇ ਗਿਰ ਗਈ, ਕਿਉਂਕਿ ਉਸ ਦਾ ਪਰਦਾਫਾਸ਼ ਹੋ ਚੁੱਕਿਆ ਸੀ। ਉਹ ਕਹਿਣ ਲੱਗੀ, ਕਿ ਮੈਂ ਤੈਨੂੰ ਪਾਉਣ ਲਈ ਆਪਣਾ ਸਭ ਕੁਝ ਬਰਬਾਦ ਕਰ ਦਿੱਤਾ ਹੈ। ਕੂਕਾਂ ਮਾਰਦੀ ਰਹੀ। ਮੈਂ ਜਲਦੀ ਹੀ ਬਾਬਾ ਜੀ ਦਾ ਦਿੱਤਾ ਪਾਣੀ ਲਿਆ, ਅਤੇ ਉਸ ਉੱਪਰ ਛਿੜਕ ਦਿੱਤਾ। ਉਹ ਕੁਝ ਸ਼ਾਂਤ ਹੋ ਗਈ। ਫਿਰ ਮੈਂ ਪੁੱਛਿਆ, ਕਿ ਤੂੰ ਇਹ ਸਭ ਕਿਉਂ ਕੀਤਾ ਹੈ? ਤਾਂ ਉਹ ਕਹਿਣ ਲੱਗੀ, ਮੈਂ ਸਾਰੀ ਜ਼ਿੰਦਗੀ ਇਕੱਲੀ ਨੇ ਗੁਜ਼ਾਰੀ ਹੈ। ਪਹਿਲਾਂ ਮੇਰੀ ਮਾਂ ਮਰ ਗਈ ਸੀ, ਤੇ ਉਸ ਤੋਂ ਬਾਅਦ ਮੇਰਾ ਪਿਓ ਮਰ ਗਿਆ। ਮੈਂ ਆਪਣੀ ਪਤੀ ਨੂੰ ਵੀ ਪਸੰਦ ਨਹੀਂ ਸੀ। ਮੇਰੀ ਨਨਾਣ ਤੇ ਮੇਰੀ ਸੱਸ ਮੇਰੇ ਤੇ ਜ਼ੁਲਮ ਕਰਦਿਆਂ ਸੀ, ਅਤੇ ਉਹਨਾਂ ਦਾ ਕਰਨਾ ਬਣਦਾ ਵੀ ਸੀ। ਕੌਣ ਬਰਦਾਸ਼ਤ ਕਰਦਾ ਹੈ ਆਪਣੇ ਮੁੰਡੇ ਤੋਂ ਵੱਡੀ ਬਹੂ ਨੂੰ, ਜੋ ਕਿ ਸੋਹਣੀ ਵੀ ਨਾ ਹੋਵੇ? ਇਹ ਸਭ ਤੋਂ ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ। ਮੇਰੇ ਲਈ ਤਾਂ ਸਭ ਕੁਝ ਤੁਸੀਂ ਹੀ ਸੀ, ਪਰ ਤੁਸੀਂ ਵੀ ਮੈਨੂੰ ਪਿਆਰ ਨਹੀਂ ਕਰਦੇ ਸੀ। ਤਾਂ ਮੇਰੀ ਇੱਕ ਸਹੇਲੀ ਨੇ ਮੈਨੂੰ ਦੱਸਿਆ, ਕਿ ਆਪਾਂ ਇੱਕ ਬਾਬੇ ਕੋਲ ਚੱਲਦੇ ਹਾਂ, ਜੋ ਤੇਰੇ ਇਸ ਸਾਰੇ ਮਸਲੇ ਦਾ ਹੱਲ ਕਰਨਗੇ। ਬਾਬੇ ਨੇ ਇਹ ਸਾਰਾ ਤਰੀਕਾ ਦੱਸਿਆ, ਕਿ ਇਸ ਤਰ੍ਹਾਂ ਮੈਂ ਆਪਣੀ ਪਤੀ ਨੂੰ ਕਾਬੂ ਕਰ ਸਕਦੀ ਹਾਂ। ਕਾਫੀ ਦੇਰ ਤੱਕ ਤਾਂ ਮੈਂ ਸਭ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੇਰੇ ਹੱਥ ਵਿੱਚੋਂ ਸਭ ਕੁਝ ਨਿਕਲਣ ਲੱਗਿਆ, ਤਾਂ ਮੈਂ ਇਹ ਰਸਤਾ ਅਪਣਾਇਆ। ਇਹ ਕਹੇ ਕਿ ਮੇਰੀ ਪਤਨੀ ਹੂੰ ਕੇ ਲੈ ਡਾਉਣ ਲੱਗੀ, ਅਤੇ ਸਭ ਤੋਂ ਮਾਫੀ ਮੰਗਣ ਲੱਗੀ। ਮੈਂ ਉਸ ਦੇ ਹੰਝੂ ਪੂੰਝੇ, ਅਤੇ ਕਿਹਾ, ਕਿ ਗਲਤੀ ਤੇਰੀ ਨਹੀਂ, ਮੇਰੀ ਹੈ। ਮੇਰੀ ਮਾਂ ਤੇ ਭੈਣਾਂ ਨੇ ਵੀ ਉਸ ਨੂੰ ਮਾਫ ਕਰ ਦਿੱਤਾ। ਵੱਡੀ ਦੀਦੀ ਨੂੰ ਵੀ ਆਪਣੇ ਘਰ ਲਿਆਏ। ਹੁਣ ਮੈਂ ਆਪਣੀ ਪਤਨੀ ਤੋਂ ਨਫ਼ਰਤ ਨਹੀਂ ਕਰਦਾ, ਅਤੇ ਉਸ ਨੂੰ ਦਿਲ ਤੋਂ ਕਬੂਲ ਕਰ ਲਿਆ। ਕਾਸ਼ ਮੈਂ ਇਹ ਸਭ ਪਹਿਲਾਂ ਸਮਝ ਜਾਂਦਾ, ਤਾਂ ਮੇਰੀ ਪਤਨੀ ਨੂੰ ਇਹ ਕਦਮ ਨਾ ਉਠਾਉਣਾ ਪੈਂਦਾ। ਪਿਆਰੇ ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।